ਧੰਨ ਗੁਰੂਦੇਵ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ, ਪਰਿਵਾਰ ਵੱਲੋਂ ਬੱਚੇ ਜਪਮਨ ਸਿੰਘ ਦੇ ਜਨਮ ਦੀ ਉਹਦੇ ਪਰਿਵਾਰ ਵਿੱਚ ਆਗਮਨ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ। ਮਾਲਕ ਦੇ ਧੰਨਵਾਦ ਗੋਚਰੇ ਗੁਰੂ ਹਜ਼ੂਰ ਆਉਣਾ ਕੀਤਾ ਹੈ। ਮਹਾਰਾਜ ਜੀ ਦੀ ਪਾਵਨ ਬਾਣੀ ਦਾ ਓਟ ਆਸਰਾ ਲੈਂਦਿਆਂ ਦਾਤੇ ਦੀ ਦਿੱਤੀ ਦਾਤ ਦਾ ਧੰਨਵਾਦ ਕਰਦਿਆਂ ਹੋਇਆਂ ਪਰਿਵਾਰ ਹਾਜ਼ਰ ਹੋਇਆ ਹੈ। ਵਡਭਾਗਤਾ ਹੈ। ਅਜੇ ਹੁਣੇ ਅਸੀਂ ਗੁਰਬਾਣੀ ਕੀਰਤਨ ਮਾਣ ਰਹੇ ਸੀਗੇ। ਮੁਕਾਮੀ ਸ਼ਬਦ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਇਹ ਬਚਨ ਗਾਇਨ ਕਰਦੇ ਹੋਏ ਰਾਗੀ ਵੀਰਾਂ ਨੇ ਕੀਰਤਨ ਦਾ ਸਮਾਪਨ ਕੀਤਾ ਹੈ। ਬਹੁਤ ਥੋੜ੍ਹੇ ਜਿਹੇ ਪਲ ਇਹਨਾਂ ਹੀ ਬਚਨਾਂ ਦੀ ਸ਼ੈਡੋਇੰਗ ਦੇ ਵਿੱਚ ਛਤਰ ਛਾਇਆ ਹੇਠ ਅਸੀਂ ਗੁਰੂ ਕੀ ਬਾਤ ਪਾਵਾਂਗੇ। ਜਿਤਨੇ ਕੁ ਜੀ ਹਾਜ਼ਰ ਹੋ, ਜੇ ਮੇਰੀ ਆਵਾਜ਼ ਸੁਣ ਸਕਦੇ ਹੋ ਤਾਂ ਇੱਕ ਵਾਰ ਸਪਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਜੀ ਛੰਨੀ ਨਾਹੀ ਬਾਤ। ਉਥਾਨਕਾ ਕਹਿੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਆ ਤੇ ਗੁਰੂ ਅਰਜਨ ਸਾਹਿਬ ਇਹ ਮੁਕਾਮੀ ਸ਼ਬਦ, ਇਹ ਵਾਕ ਇਹਨੂੰ ਉਚਾਰਦੇ ਨੇ ਉਸ ਸਾਹਿਬਜ਼ਾਦੇ ਦੀ ਆਮਦ ਤੋਂ ਬਾਅਦ ਕਰਤਾਰ ਦਾ ਧੰਨਵਾਦ ਕਰਦਿਆਂ ਹੋਇਆਂ। ਜਮਿਆ ਪੂਤ ਬਖਤ ਗੋਬਿੰਦ ਕਾ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ। ਇਹ ਸਾਰੇ ਰੰਗ ਇਸ ਸ਼ਬਦ 'ਚ ਨੇ। ਇਹਦੇ ਵਿੱਚ ਜੋ ਮੁੱਖ ਸੁਰ ਆ ਉਹ ਹੈ ਜਿਸ ਦਾਤੇ ਨੇ ਦਾਤ ਦਿੱਤੀ ਉਹਦਾ ਧੰਨਵਾਦ ਕੀਤਾ ਜਾਏ। ਇਹ ਵੀ ਅਸੀਂ ਤਵਾਰੀਖੀ ਰੰਗ 'ਚ ਪੜ੍ਹਦੇ ਹਾਂ। ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਆ ਤੇ ਮਾਤਾ ਗੰਗਾ ਜੀ ਗੁਰੂ ਕੀ ਵਡਾਲੀ ਠਹਿਰਾਏ ਹੋਏ ਸੀਗੇ। ਗੁਰੂ ਮਹਾਰਾਜ ਆਪ ਅੰਮ੍ਰਿਤਸਰ ਸਾਹਿਬ ਵਿਖੇ ਸੀ। ਮਹਾਰਾਜ ਕੋਲ ਸੁਨੇਹਾ ਪਹੁੰਚਾਇਆ ਗਿਆ ਕਿ ਘਰ ਸਾਹਿਬਜ਼ਾਦੇ ਦੀ ਆਮਦ ਹੋਈ ਹੈ। ਮਹਾਰਾਜ ਜੱਚੇ ਤੇ ਬੱਚੇ ਦਾ ਹਾਲ ਪੁੱਛਣ ਵਾਸਤੇ ਆਏ। ਜਦੋਂ ਆਏ ਤੇ ਮਾਤਾ ਗੰਗਾ ਜੀ ਨੇ ਪੁੱਛ ਕੀਤੀ, ਗੁਰੂ ਸਵਾਮੀ ਸੁਨੇਹਾ ਤੇ ਬੜੇ ਚਿਰ ਦਾ ਪਹੁੰਚਾਇਆ ਸੀਗਾ, ਕੀ ਗੱਲ ਸੁਨੇਹਾ ਸਮੇਂ ਨਾਲ ਮਿਲਿਆ ਨਹੀਂ? ਕਾਫੀ ਦੇਰ ਲਗਾ ਦਿੱਤੀ। ਸਾਡੀਆਂ ਅੱਖਾਂ ਉਡੀਕ ਰਹੀਆਂ ਸੀਗੀਆਂ, ਤੁਸੀਂ ਕਦੋਂ ਆਓ? ਆ ਕੇ ਇਸ ਨਵਜਨਮੇ ਦਾ, ਇਸ ਨਵਜਾਤ ਦਾ ਹਾਲ ਪੁੱਛੋ। ਆ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਸਾਡੇ ਨਾਲ ਕਰੋ, ਅਸੀਂ ਇਸ ਰੰਗ ਨੂੰ ਮਾਣ ਸਕੀਏ। ਕੀ ਹੋਇਆ? ਤੇ ਗੁਰੂ ਅਰਜਨ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਕੁਝ ਨਹੀਂ, ਬਸ ਸੁਨੇਹਾ ਤੇ ਬੜੇ ਸਮੇਂ ਨਾਲ ਹੀ ਮਿਲ ਗਿਆ ਸੀਗਾ। ਜਿਸ ਦਾਤੇ ਨੇ ਦਾਤ ਦਿੱਤੀ ਸੀ ਉਹਦਾ ਧੰਨਵਾਦ ਕਰਨ ਲਈ ਰੁਕ ਗਿਆ ਸੀਗਾ। ਉਹਦੀ ਸ਼ੁਕਰਗੁਜ਼ਾਰੀਅਤ ਦੇ ਵਿੱਚ ਸੰਗਤ 'ਚ ਬੈਠ ਕੇ ਉਹਦੇ ਵਾਸਤੇ ਅਰਦਾਸ ਕਰ ਰਹੇ ਸੀ, ਉਸ ਦਾਤੇ ਦੇ ਧੰਨਵਾਦ ਵਾਸਤੇ ਕਿ ਦਾਤਾ ਸ਼ੁਕਰ ਹੈ ਤੂੰ ਇਹ ਸਾਨੂੰ ਦਾਤ ਦਿੱਤੀ ਹੈ। ਇਸ ਵਿੱਚ ਬਾਬਾ ਜੀ ਸਾਨੂੰ ਸਿੱਖੀ ਦੀ ਜਾਚ ਸਿਖਾ ਰਹੇ ਨੇ। ਜੇ ਬਹੁਤ ਬੇਸਿਕਸ 'ਤੇ ਆ ਜਾਈਏ ਨਾ ਅਸੀਂ, ਤੇ ਜਪਜੀ ਸਾਹਿਬ ਪੜ੍ਹੋ। ਗੁਰੂ ਨਾਨਕ ਸਾਹਿਬ ਧਰਮ ਸਿਖਾਉਂਦੇ ਗੁਰਬਾਣੀ ਦੇ ਜ਼ਰੀਏ। ਇਹੀ ਗੁਰੂ ਨਾਨਕ ਸਾਹਿਬ ਦਾ ਜਗਤ ਕਲਿਆਣ ਹਿੱਤ ਮੁੱਖ ਯੋਗਦਾਨ ਹੈ। ਜਦੋਂ ਧਰਮ ਸਿਖਾਉਂਦੇ ਬਾਣੀ ਦੇ ਜ਼ਰੀਏ, ਤੇ ਬਾਣੀ ਦੀ ਸ਼ੁਰੂਆਤ ਹੁੰਦੀ ਬਿਲਕੁਲ ਸ਼ੁਰੂਆਤੀ ਸਤਰਾਂ ਪੜ੍ਹਦੇ ਹੋ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਬੰਦੇ ਨੇ ਆਪ ਮੁਹਾਰੇ ਮਨ ਦੇ ਤਸੱਵੁਰ ਤੇ ਸੰਸਾਰ ਦੇ ਪ੍ਰਭਾਵ ਹੇਠ ਬਹੁਤ ਸਾਰੇ ਐਸੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਤੋਂ ਇਹਨੂੰ ਪਰਹੇਜ਼ਗਾਰ ਕਰਨਾ ਮੁੱਖ ਰੂਪ ਵਿੱਚ ਸਿਆਣਿਆਂ ਦਾ ਕੰਮ ਹੈ, ਖਾਸ ਕਰਕੇ ਧਾਰਮਿਕ ਆਗੂਆਂ ਦਾ। ਬਾਬਾ ਜੀ ਨੇ ਉੱਥੇ ਸਾਰੀ ਲਿਸਟ ਉਹ ਦਿੱਤੀ ਕਿ ਬੰਦੇ ਇਹ ਕਰਕੇ ਕੀ ਖੱਟੇਗਾ, ਇਹ ਕਰਨ ਦਾ ਕੋਈ ਲਾਹਾ ਨਹੀਂ। ਸੋਚੈ ਸੋਚ ਨਾ ਹੋਵਈ, ਚੁੱਪੈ ਚੁੱਪ ਨਾ ਹੋਵਈ, ਭੁੱਖਿਆਂ ਭੁੱਖ ਨਾ ਉਤਰੀ। ਗੁਰੂ ਨਾਨਕ ਸਾਹਿਬ ਦੇ ਸਿਰਫ ਨਾਂ ਵਿੱਚ ਹੀ ਦੋ ਨੰਨੇ ਨਹੀਂ ਆਉਂਦੇ। ਮਹਾਰਾਜ ਨੇ ਧਰਤੀ ਦੇ ਉੱਤੇ ਬਹੁਤ ਸਾਰੇ ਚੀਜ਼ਾਂ ਤੋਂ ਬੰਦੇ ਨੂੰ ਪਹਿਲਾਂ ਵਰਜਿਆ। ਇਹ ਪਹਿਲੀ ਵਿਵਰਜਤਾ ਗੁਰੂ ਸਾਹਿਬ ਨੇ ਕੀਤੀ। ਮਹਾਰਾਜ ਕਹਿੰਦੇ ਪਹਿਲਾਂ ਤੇ ਜੋ ਬਣਿਆ ਆ ਉਹਦੇ ਤੋਂ ਬਦਲ ਕੁਝ ਬਣਨ ਦੀ ਗੱਲ ਬਾਅਦ 'ਚ ਕਰਾਂਗੇ, ਕਿਉਂਕਿ ਤੂੰ ਬਾਣੀ ਗਲਤ ਗਿਆ ਆ, ਤੂੰ ਸੋਚ ਹੀ ਗਲਤ ਲਿਆ ਆ, ਤੂੰ ਧਾਰ ਹੀ ਗਲਤ ਲਿਆ ਆ।
ਇਹ ਸਾਹਿਬ ਮਹਾਰਾਜ ਇਹ ਇਸ ਤਰ੍ਹਾਂ ਵੀ ਜਾਣੋ, ਅੱਜ ਦੀ ਤਾਰੀਖ ਵਿੱਚ ਵੀ ਕਿਹਾ ਜਾਂਦਾ ਆ, ਜੇ ਡਿਸਿਪਲਿਨ ਸਿੱਖਣਾ ਆ ਤੇ ਪਹਿਲਾਂ ਸੰਜਮ ਸਿੱਖੋ, ਪ੍ਰੋਹਿਬਿਸ਼ਨ ਸਿੱਖੋ। ਜੇ ਤੁਸੀਂ ਉਹ ਚੀਜ਼ ਨਹੀਂ ਸਿੱਖਦੇ ਦੈਨ ਡੈਫੀਨੇਟਲੀ ਤੁਹਾਨੂੰ ਇਹ ਨਹੀਂ ਪਤਾ ਕਰਨ ਯੋਗ ਕੀ ਹੈ, ਅਪਣਾਉਣ ਯੋਗ ਕੀ ਹੈ, ਧਾਰਨ ਕਰਨ ਯੋਗ ਕੀ ਹੈ। ਅਸੀਂ ਇੱਥੇ ਲੰਬਾ ਸਮਾਂ ਬੱਚਿਆਂ ਦੇ ਕੈਂਪ ਲਗਾਉਂਦੇ ਰਹੇ, ਹਾਊ ਟੂ ਸੇ ਨੋ ਟੂ ਡਰੱਗਸ। ਨਾ ਕਹਿਣੀ ਤੇ ਸਿੱਖੋ ਪਹਿਲਾਂ। ਤੁਸੀਂ ਜੋ ਮਰਜ਼ੀ ਜੋ ਵੀ ਆਫਰ ਕਰੇਗਾ ਤੁਸੀਂ ਉਹਨੂੰ ਐਕਸੈਪਟ ਕਰੀ ਜਾਓਗੇ, ਕਿੱਥੇ ਜਾਓਗੇ? ਤੇ ਬੱਚਿਆਂ ਸ਼ੁਰੂ 'ਚ ਕਹਿਣਾ ਇਟਸ ਨੋਟ ਅ ਬਿਗ ਡੀਲ, ਵੀ ਕੈਨ ਸੇ ਈਜ਼ੀਲੀ ਨੋ, ਇਟਸ ਨੋਟ ਐਕਚੁਅਲੀ ਵੀ ਡੋਂਟ ਹੈਵ ਐਨੀ ਇਸ਼ੂਜ਼। ਅਸੀਂ ਕਿਹਾ ਕੋਈ ਗੱਲ ਨਹੀਂ, ਅਸੀਂ ਸਿਨੈਰੀਓ ਬਣਾਉਣਾ ਵਰਕਸ਼ਾਪ ਦੇ ਵਿੱਚ। ਅਸੀਂ ਕਹਿਣਾ ਓਕੇ ਨਾਓ ਯੂਰ ਬੈਸਟ ਬਡੀ, ਯੂਰ ਬੈਸਟ ਫਰੈਂਡ ਇਜ਼ ਆਫਰਿੰਗ ਯੂ ਸਮਥਿੰਗ ਐਂਡ ਸੇਇੰਗ if you are my friend you have to take it, you have to eat it, what you gonna say then? ਫਿਰ ਬੱਚਿਆਂ ਨੇ ਕਹਿਣਾ yeah it's hard, that is called peer pressure। ਇਸ ਰੂਪ ਵਿੱਚ ਬਾਤ ਕੀਤੀ। ਅਸੀਂ ਕਿਹਾ now you have to learn how to say no, this is our job। ਅਸੀਂ ਤੁਹਾਨੂੰ ਉਸ ਸਿਨੈਰੀਓ 'ਚ ਦੱਸਾਂਗੇ ਤੁਸੀਂ ਉਹਨਾਂ ਨੂੰ ਕਿਵੇਂ ਨਾ ਕਰ ਸਕਦੇ ਹੋ, ਤੁਸੀਂ ਕਿਵੇਂ ਇਹ ਕਹਿ ਸਕਦੇ ਹੋ ਕਿ ਨਹੀਂ ਭਾਈ ਐਕਚੁਅਲੀ ਮੈਂ ਇਸ ਚੀਜ਼ ਨੂੰ ਨਹੀਂ ਲੈ ਸਕਦਾ। ਗੁਰੂ ਬਾਬਾ ਜੀ ਨੇ ਇਹ ਸਿਖਾਇਆ ਬਣੀ ਹੋਈ ਪੂਰੀ ਧਾਰਾ ਦੇ ਵਿੱਚ, ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ। ਇੱਕ ਨੇ ਦੇਖਿਆ ਦੂਜੇ ਨੂੰ, ਦੂਜੇ ਨੂੰ ਦੇਖਿਆ ਤੀਜੇ ਨੂੰ, ਤੁਰ ਪਏ ਉਸੇ ਲੀਹ ਦੇ ਵਿੱਚ। ਬਾਬਾ ਜੀ ਕਹਿੰਦੇ ਨਾ ਇਹ ਕੰਮ ਨਹੀਂ ਕਰਨੇ। ਸੋਚੈ ਸੋਚ, ਸੁਚਮਤਾ ਦੇ ਨਾਂ ਹੇਠ ਤੀਰਥ ਰਟਨ ਹੋ ਰਹੇ, ਧਾਰਮਿਕ ਸਥਾਨਾਂ ਦੀ ਵਿਜ਼ਿਟ ਹੋ ਰਹੀ ਸਭ, ਐਂਡ ਪੀਪਲ ਆਰ ਥਿੰਕਿੰਗ ਵੀ ਆਰ ਡੂਇੰਗ ਵੈਰੀ ਗੁੱਡ ਰਿਲੀਜੀਅਸ ਵਰਕਸ। ਬਾਬਾ ਜੀ ਸੇਇੰਗ ਨੋ, ਇਹਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਹਿਪੋਕ੍ਰੇਸੀ ਆ ਗਈ ਹੈ, ਕੀ ਕਰੋਗੇ ਇਹਦਾ? ਇਸ ਕਰਕੇ ਬਾਬਾ ਜੀ ਨੇ ਸਾਰੀ ਚੀਜ਼ਾਂ ਤੋਂ ਹਟਾਇਆ। ਫਿਰ ਸਮਾਧੀਆਂ ਲਾਉਣੀਆਂ, ਸਭ ਇਹ ਸਭ ਨੂੰ ਹਟਾ ਕੇ ਫਿਰ ਬਾਬਾ ਜੀ ਨੇ ਕਿਹਾ ਕਰਨਾ ਕੀ, ਕਿਵ ਸਚਿਆਰਾ ਹੋਈ ਏ। ਇਹ ਮੁੱਖ ਸਾਡਾ ਸਵਾਲ ਆ। ਬਾਬਾ ਜੀ ਕਿਵੇਂ ਹੋਵੇਗਾ? ਕਿਵੇਂ? ਹੁਕਮ ਰਜ਼ਾਈ ਚੱਲਣਾ, ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖਣਾ ਪਏਗਾ। ਬਾਬਾ ਜੀ ਹਾਰਡ ਆ, ਸਾਨੂੰ ਤਾਂ ਉਹਦੇ ਹੁਕਮ ਦਾ ਹੀ ਨਹੀਂ ਪਤਾ, ਰਜ਼ਾ ਦਾ ਨਹੀਂ ਪਤਾ, ਅਸੀਂ ਕਿਵੇਂ ਰਾਜ਼ੀ ਰਹਾਂਗੇ? ਫਿਰ ਹੁਕਮ ਦੀ ਵਿਆਖਿਆ ਕੀਤੀ ਅਗਲੀ ਪੂਰੀ ਪੌੜੀ 'ਚ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। 2 ਪੌੜੀਆਂ ਪੂਰੀਆਂ ਹੋ ਜਾਂਦੀਆਂ। ਹੁਣ ਗੱਲ ਆਈ what to do as a activity in spiritual exercises, what is the actually in our you can say in our hands, where we can do something to actually enjoy some sort of spiritual exercise in our lives। ਬਾਬਾ ਜੀ ਤੁਸੀਂ ਉਹਦੇ ਬਾਰੇ ਵੀ ਸਾਨੂੰ ਕੋਈ ਟੀਚ ਕਰੋ, ਉਹਦੇ ਬਾਰੇ ਵੀ ਗਾਈਡ ਕਰੋ। ਫਿਰ ਬਾਬਾ ਜੀ ਨੇ ਤੀਸਰੀ ਪੌੜੀ ਸ਼ੁਰੂ ਕੀਤੀ ਹੈ। ਬਾਬਾ ਜੀ ਕਹਿੰਦੇ ਆ ਤੂੰ ਕਰਨਾ ਹੈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਕੋਈ ਉਸ ਨੂੰ ਗਾਵੇ, ਗਾਣਾ ਹੁੰਦਾ ਰਿਸਾਈਟ ਕਰਨਾ, ਸ਼ੁਕਰ ਗੁਜ਼ਾਰੀਅਤ ਵਿੱਚ ਧੰਨਵਾਦੀ ਹੋਣਾ ਕਿਸੇ ਚੀਜ਼ ਬਾਬਤ, ਟੂ ਸ਼ੋ ਸਮ ਸੋਰਟ ਆਫ ਗ੍ਰੈਟੀਟਿਊਡ, ਟੂ ਸ਼ੋ ਸਮ ਸੋਰਟ ਆਫ ਗ੍ਰੇਟਫੁਲਨੈਸ ਟੂਵਰਡ ਸਮਵਨ ਸਮਥਿੰਗ। ਉਹਦੀ ਬਾਤ ਕੀਤੀ। ਇਹਦੇ ਇਸ ਤਰੀਕੇ ਨਾਲ ਥੈਂਕਸਫੁਲ ਹੋਣਾ ਉਸ ਵਾਹਿਗੁਰੂ ਜੀ ਬਾਬਤ, ਇਸ ਕਿਸਮ ਦੇ ਇਬਾਦਤ ਦੇ ਰੰਗ ਦੀ ਬਾਤ ਕੀਤੀ। ਕਿਆ ਤੇਰੇ ਕੋਲ ਕੋਈ ਵੀ ਤਾਣ ਹੈ, ਸਮਰੱਥਾ, ਉਹਨੂੰ ਆਪਣੀਆਂ ਅੱਖਾਂ 'ਚ ਪਾ। ਕਹਿੰਦੇ ਨੇ ਬੰਦੇ ਕੋਲ ਜੇ ਕੋਈ ਸਮਰੱਥਾ ਹੋਏ ਨਾ, ਕੁਝ ਕਰਨ ਦੀ ਐਬਿਲਿਟੀ ਹੋਏ, 2 ਹੀ ਚੀਜ਼ਾਂ ਆ ਸਕਦੀਆਂ ਨੇ ਬੰਦੇ ਦੀ ਸੁਰਤ 'ਚ। ਇੱਕ ਤੇ ਆ ਸਕਦਾ ਹੰਕਾਰ, ਟੂ ਫੀਲ ਪ੍ਰਾਊਡ ਵੀ ਮੈਂ ਤੇ ਬੜੀ ਬਲਾ ਆ। ਦੂਸਰਾ ਇਹ ਆ ਸਕਦਾ ਆ ਕਿ ਯੂ ਨੋ ਆਮ ਨਥਿੰਗ, ਵਾਹਿਗੁਰੂ ਯੂ ਆਰ ਸੋ ਗ੍ਰੇਟ। ਇਹਦੇ 'ਚ ਕਹਿੰਦੇ ਨੇ ਜਾਂ ਹੰਕਾਰ ਆਏਗਾ ਜਾਂ ਨਿਰੰਕਾਰ ਆਏਗਾ। ਚੋਇਸ ਇਜ਼ ਆਵਰ, ਸਾਡੀ ਚੋਇਸ ਆ। ਅਸੀਂ ਕੀ ਲਿਆਉਣਾ ਹੈ? ਹੰਕਾਰ ਲੈ ਕੇ ਆਉਣਾ ਹੈ ਕਿ ਨਿਰੰਕਾਰ ਲੈ ਕੇ ਆਉਣਾ ਹੈ? ਦਾਤ ਮਿਲੀ ਹੋਈ ਦਾਤ ਨੂੰ ਪ੍ਰਾਪਤ ਕੀਤਾ, ਕਿਆ ਮਾਲਕ ਤੇਰੀ ਦਾਤ ਹੈ, ਮੈਂ ਕੌਣ ਹਾਂ? ਬਚਨ ਆਇਆ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਉਹਦੀ ਦਿੱਤੀ ਹੋਈ ਦਾਤ ਨੂੰ ਉਹਦੀ ਨਿਸ਼ਾਨੀ ਜਾਣ ਕੇ ਗਾਉਣਾ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ। ਇਸ ਤਰ੍ਹਾਂ ਜਾਣੋ, ਮੈਂ ਅੱਜ ਜਿਸ ਸਮੇਂ 'ਚ ਅਸੀਂ ਲੰਘ ਰਹੇ ਹਾਂ ਦੇਖਦਾ ਮਾਹੌਲ ਨੂੰ, ਖਾਸ ਕਰਕੇ ਅਮਰੀਕਨਾਈਜ਼ ਤੇ ਵੈਸਟਰਨਾਈਜ਼ ਸੋਸਾਇਟੀ ਦੇ ਵਿੱਚ ਲੋਕੀ ਫੈਮਿਲੀ ਲਾਈਫ ਤੋਂ ਕਿਨਾਰਾ ਕਰ ਰਹੇ ਨੇ। ਖਾਸ ਕਰਕੇ ਜਿਹੜੀ ਪੜ੍ਹੀ ਲਿਖੀ ਸਾਡੀ ਬੜੀ ਵੈਲ ਆਫ ਜਨਰੇਸ਼ਨ ਆ, ਇਹ ਕਹਿੰਦੀ ਕਿ ਨੋ, ਪਹਿਲਾਂ ਤੇ ਹੁੰਦਾ ਸੀ ਨਿਊਕਲੀਅਰ ਫੈਮਿਲੀ ਮਾਡਲ, ਹੁਣ ਨਿਊਕਲੀਅਰ ਫੈਮਿਲੀ ਮਾਡਲ ਵੀ ਨਹੀਂ ਰਹਿ ਗਿਆ। ਹੁਣ ਤੇ ਟੋਟਲ ਆਈਸੋਲੇਟ ਮਾਡਲ ਆ ਗਿਆ, ਇਕੱਲੇ ਬਿਲਕੁਲ ਇੰਡੀਵਿਜੂਅਲਿਜ਼ਮ। ਜਿਹੜਾ ਬੰਦਾ ਕਹਿੰਦਾ ਵੀ ਮੈਂ ਨਾ ਆਪਣੀ ਜ਼ਿੰਦਗੀ ਕਿਸੇ ਦੇ ਨਾਮ ਵੀ ਨਹੀਂ ਲਿਖ ਸਕਦਾ, ਕਿਸੇ ਨਾਲ ਜੀ ਵੀ ਨਹੀਂ ਸਕਦਾ। ਆਈ ਕੈਨ ਨੋਟ ਈਵਨ ਸ਼ੇਅਰ ਮਾਈ ਲਾਈਫ ਔਰ ਮਾਈ ਐਕਚੁਅਲੀ ਸੈਲਫ ਟੂਵਰਡ ਸਮਵਨ ਐਟ ਆਲ। ਨੋ, ਦੈਟ ਇਜ਼ ਨੋਟ ਪੋਸੀਬਲ। ਇਸ ਸਾਰੇ ਦੇ ਸਦਕਾ ਅਜੀਬ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ। ਫਿਰ ਉਸ ਤੋਂ ਵੱਡੀ ਗੱਲ ਇਹ ਹੈ, ਬੱਚਿਆਂ ਦੇ ਬਾਬਤ ਇਹ ਮੰਨਿਆ ਜਾਂਦਾ ਹੈ ਕਿ ਓਹ ਨੋ ਐਕਚੁਅਲੀ ਉਹ ਤੇ ਫਿਰ ਬਹੁਤ ਐਨਰਜੀ ਬੜੀ ਚਾਹੀਦੀ ਹੈ ਤੇ ਬੜਾ ਜੀ ਬੱਚੇ ਇਸ ਤਰੀਕੇ ਨਾਲ ਹੈ, ਇਸ ਤਰੀਕੇ ਨਾਲ ਹੈ। ਹਾਲਾਂਕਿ ਬਾਣੀ ਇਹ ਕਹਿੰਦੀ ਬੱਚਿਆਂ ਨੂੰ ਰੱਬ ਦੀ ਦਾਤ ਜਾਣੋ,
ਕਰਤਾਰ ਦੀ ਨਵਾਜ਼ਿਸ਼ ਜਾਣੋ, ਬਖਸ਼ਿਸ਼ ਜਾਣੋ, ਇਸ ਰੂਪ ਵਿੱਚ ਮੰਨੋ ਇਸ ਨੂੰ। ਇਸ ਤਰ੍ਹਾਂ ਜਾਣੋ ਰੱਬ ਦੀ ਜੋਤ ਦੀ ਸੇਵਾ ਕਰਨ ਦਾ ਮੌਕਾ ਬਣਿਆ ਤੁਹਾਨੂੰ। ਇਹ ਹੈ ਉਹਦੀ ਦਾਤ ਨੂੰ ਉਹਦਾ ਰੂਪ ਜਾਣ ਕੇ ਐਕਸੈਪਟ ਕਰਨਾ। ਫਿਰ ਉਹਦੀਆਂ ਕਿਲਕਾਰੀਆਂ ਵਿੱਚੋਂ, ਉਹਦੀ ਰੁਮਕਤਾ, ਉਹਦੀ ਠੁਮਕਤਾ, ਉਹਦੇ ਜੀਵਨ ਦੇ ਵਿੱਚ ਤੁਰਨ ਚੱਲਣ, ਖਾਣ ਪਾਣ ਹੰਡਾਣ, ਸਾਰੇ ਦੇ ਵਿੱਚੋਂ ਇਸ ਤਰ੍ਹਾਂ ਜਾਣੋ ਦਾਤੇ ਨੇ ਇੱਕ ਨਵਾਂ ਜੀਵਨ ਜੀਣ ਦੀ ਇੱਕ ਹੋਰ ਤੈਨੂੰ ਮੌਕਾ ਦਿੱਤਾ ਹੈ, ਪ੍ਰੇਰਣਾ ਦਿੱਤੀ ਹੈ। ਇਹ ਭਗਤੀ ਹੈ। ਜੋਗੀ ਇਸ ਭਗਤੀ ਨੂੰ ਛੱਡ ਕੇ ਭੱਜ ਗਏ ਸੀਗੇ। ਦੇ ਰਿਨਾਊਂਸ ਦ ਵਰਲਡ, ਨੋ ਨੋ ਨੋ, ਵੀ ਵੋਂਟ ਲਿਵ ਇਨ ਦਿਸ ਵਰਲਡ ਐਟ ਆਲ, ਬਿਕੋਜ਼ ਇਹ ਜਿਹੜਾ ਸੰਸਾਰ ਆ ਇਹ ਤੇ ਭਵਸਾਗਰ ਹੈ, ਇਹ ਤੇ ਬੜਾ ਵੱਡਾ ਇੱਕ ਚਲਾ ਆ, ਇਹਦੇ 'ਚ ਡੁੱਬ ਜਾਵਾਂਗੇ। ਬਾਬਾ ਜੀ ਨੇ ਕਿਹਾ ਨਾ ਇਹਦੇ 'ਚ ਰਹਿਣਾ। ਕਿਵੇਂ ਰਵਾਂਗੇ? ਜੈਸੇ ਜਲ ਮੈਂ ਕਮਲ ਨਿਰਾਲਮ, ਕੌਲ ਦੇ ਫੁੱਲ ਦੀ ਤਰ੍ਹਾਂ। ਪਾਣੀ ਜਦੋਂ ਵੱਧਦਾ ਆ, ਬਹੁਤ ਪਾਣੀ ਵਧੇ, ਇੱਕ ਸਵਾਂਪ ਬਣ ਜੇ, ਚਿੱਕੜ ਬਣ ਜੇ, ਦਲਦਲ ਬਣ ਜੇ, ਤੇ ਉਹਦੇ 'ਚ ਹਰ ਚੀਜ਼ ਗਲ ਜਾਂਦੀ ਹੈ। ਕੌਲ ਦਾ ਫੁੱਲ ਉਹ ਖਿੜਦਾ ਉਹਦੇ 'ਚ। ਐਵੇਂ ਖਿੜਨਾ ਆ। ਸਮਾਜ ਸੰਸਾਰ ਦੇ 'ਚ ਰਹਿੰਦਿਆਂ ਹੋਇਆਂ, ਆਲੇ ਦੁਆਲੇ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ, ਬੰਦੇ ਦੇ, ਕਿਉਂਕਿ ਲੋੜਾਂ ਦੇ ਮੁਤਾਬਕ ਉਹਨੇ ਲਾਲਚ ਵੀ ਕਰਨਾ ਆ। ਬੱਚਾ ਆਪਣੇ ਆਪ ਵਿੱਚ ਮੋਹ ਦਾ ਸਿੰਬਲ ਆ। ਥੋੜ੍ਹਾ ਬਹੁਤ ਐਕਸਪੈਕਟੇਸ਼ਨਸ ਮੀਟ ਨਹੀਂ ਕਰਨੀਆਂ, ਜਿੱਥੇ ਉੱਥੇ ਕ੍ਰੋਧ ਵੀ ਹੋਏਗਾ। ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਸਾਰੇ 'ਚ ਬੰਦਾ ਕਹੇਗਾ ਓ ਹੋ ਇਹ ਤੇ ਫਿਰ ਮੈਂ ਸਭ ਕੁਝ ਲੂਜ਼ ਕਰ ਜਾਵਾਂਗਾ। ਬਾਬਾ ਜੀ ਕਹਿੰਦੇ ਨਾ, ਇਸ ਬੈਲੈਂਸਡ ਵੇ ਨਾਲ ਜਿਹੜਾ ਹੈਗਾ ਜੀਣਾ ਆ, ਕਿ ਸਾਰੇ ਦੇ 'ਚ ਜੀਵਨ ਕੌਲ ਦੀ ਤਰ੍ਹਾਂ ਖਿੜਦਾ ਲਗਾ ਜਾਏ, ਖੁਸ਼ਨੁਮਾ ਸੁੱਖਾਂ ਦਾ ਅਹਿਸਾਸ ਮਾਣਦਾ ਲਗਾ ਜਾਏ ਬੰਦਾ। ਆਪ ਇਸ ਤਰ੍ਹਾਂ ਜਾਣੋ। ਅਜੇ ਲੌਂਗਟੀਟਿਊਡ ਸਟੱਡੀਜ਼ ਆਉਣੀਆਂ ਨੇ ਹਾਲੇ। ਜੋ ਹਾਲਾਤ ਬਣੇ ਬੀਤੇ ਦੇ ਵਿੱਚ, ਖਾਸ ਕਰਕੇ ਸਟੇਟਸ ਦੇ ਵਿੱਚ, ਯੂਰਪ ਦੇ ਵਿੱਚ, ਜਿਹੜੇ ਓਲਡ ਹੋਮਸ ਦੇ ਵਿੱਚ ਲੋਕਾਂ ਦੀ ਇੰਨੀ ਡੈਥ ਹੋਈ, ਤੇ ਇਕੱਲੀ ਡੈਥ ਨਹੀਂ ਹੋਈ, ਬਹੁਤ ਕਹਿ ਲਓ ਕਿ ਮਤਲਬ ਜਿਹੜੀ ਹੈ ਡਰਾਵਣੇ ਰੂਪ ਦੇ ਵਿੱਚ, ਬਿਨਾਂ ਕੇਅਰ ਤੋਂ, ਬਿਨਾਂ ਸਾਰੇ ਕਾਸੇ ਤੋਂ। ਤੇ ਇਸ ਸਾਰੇ ਦੇ ਵਿੱਚ ਕੁਝ ਰਾਈਟਿੰਗਸ ਮੈਂ ਪੜ੍ਹ ਰਿਹਾ ਸੀਗਾ, ਜਿਹੜੇ ਸੋਸ਼ਲ ਐਕਸਪਰਟਸ ਨੇ ਉਹ ਦੱਸ ਰਹੇ ਸੀਗੇ, ਇਹ ਸਾਰੀ ਚੀਜ਼ ਦੱਸ ਰਹੀ ਹੈ ਕਿ ਜਿਹੜਾ ਫੈਮਿਲੀ ਮਾਡਲ ਸੀਗਾ ਸਾਡਾ, ਅਸੀਂ ਉਹਦੀ ਰਿਸਪੈਕਟ ਨਹੀਂ ਕੀਤੀ। ਉਹਦਾ ਆਊਟਕਮ ਆ ਸਾਰਾ ਦਾ ਸਾਰਾ ਆ। ਜੇ ਇਹ ਪਰਿਵਾਰਾਂ ਦੇ ਵਿੱਚ, ਸਮਾਜ ਦੇ ਵਿੱਚ ਅਸੀਂ ਇਸ ਰੂਪ ਵਿੱਚ ਦੇਖੀਏ, ਤੇ ਮੈਂ ਛੋਟੀ ਜਿਹੀ ਬਾਤ ਕਹਿ ਕੇ ਵਾਈਂਡ ਅਪ ਕਰ ਦੇਣਾ ਵਾਂ। ਇੱਕ ਦਿਨ ਕੀ ਹੋਇਆ ਕਿ ਮੇਰਾ ਬੇਟਾ ਤੇ ਆਪਾਂ ਦੋਨੋਂ ਕਨਵਰਸੇਸ਼ਨ ਕਰ ਰਹੇ ਹਾਂ ਕੋਈ, ਤੇ ਕਨਵਰਸੇਸ਼ਨ ਇਹ ਹੋ ਰਹੀ ਹੈ ਕਿ ਉਹ ਮੈਨੂੰ ਜਿੱਦ ਕਰ ਰਿਹਾ ਕਿ ਮੈਨੂੰ ਨਾ ਕਿਤੇ ਗੇਮ ਤੇ ਲੈ ਕੇ ਜਾ। ਤੇ ਮੈਂ ਉਹਨੂੰ ਕਿਸੇ ਤਰੀਕੇ ਨਾਲ ਕਹਿ ਰਿਹਾ ਕਿ ਨੋ 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 ਦਿਸ ਯੂ ਆਰ ਆਸਕਿੰਗ ਟੂ ਮਚ, I cannot take you there, you know, that's we will make some plan। ਇਸ ਕਿਸਮ ਦੀ ਗੱਲ ਹੋਈ ਵੀ for future how to actually enjoy these events but not now। ਇਸ ਕਿਸਮ ਦੀ ਗੱਲ ਹੋ ਰਹੀ। ਉਹ ਕਹਿੰਦਾ ਡੈਡ no no no, you know, it's my request and as well as it's my command to। ਮੈਂ ਕਿਹਾ ਅੱਛਾ ਕਮਾਂਡ ਦੇਣਾ ਤਾਂ ਮੈਨੂੰ? ਕਹਿੰਦਾ ਹਾਂ। ਕਹਿੰਦਾ ਮੈਨੂੰ ਲੈ ਕੇ ਜਾਓ, ਮੈਂ ਤੁਹਾਨੂੰ ਕਹਿ ਰਿਹਾ। ਤੇ ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਉਹ ਇਸ ਕਰਕੇ ਵੀ ਕਿਉਂਕਿ ਹੁਣ ਜੇ ਤੁਸੀਂ ਮੇਰੀ ਕਮਾਂਡ ਮੰਨੋਗੇ, ਤੁਸੀਂ ਮੇਰੀ ਰਿਕੁਐਸਟ ਮੰਨੋਗੇ, ਤੇ ਕੱਲ ਨੂੰ ਮੈਂ ਵੀ ਤੁਹਾਡੀ ਟੇਕ ਕੇਅਰ ਕਰਨੀ ਹੈ, ਫਿਰ ਦੈਨ ਆਈ ਵਿਲ ਐਕਚੁਅਲੀ ਫੋਲੋ ਯੂਰ ਕਮਾਂਡ ਐਂਡ ਯੂਰ ਐਕਚੁਅਲੀ। ਤੇ ਮੈਂ ਹੱਸ ਪਿਆ। ਮੈਂ ਆਰ ਯੂ ਥਿੰਕਿੰਗ ਟੂ ਡੂ ਦੈਟ? ਕਹਿੰਦੇ ਯੈਸ, ਵਾਈ ਨੋਟ, ਆਈ ਐਮ ਪ੍ਰੀਪੇਅਰਿੰਗ ਮਾਈ ਸੈਲਫ। ਮਤਲਬ ਇੱਕ ਤਰ੍ਹਾਂ ਦੇ ਨਾਲ ਇੱਕ ਲਰਨਿੰਗ ਹੋ ਰਹੀ ਘਰ ਦੇ ਵਿੱਚ। ਉਹ ਦੇਖ ਰਿਹਾ ਪਿਛਲੀ ਜਨਰੇਸ਼ਨ ਨੂੰ ਕਿਵੇਂ ਅਸੀਂ ਸੰਭਾਲ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਅੱਗੇ ਉਹ ਤਿਆਰ ਹੋ ਰਿਹਾ, ਪ੍ਰੈਪਰੇਸ਼ਨ ਹੋ ਰਹੀ ਇੱਕ ਰੂਪ ਦੇ ਵਿੱਚ। ਇਹੀ ਹੁੰਦਾ, ਇਹੀ ਭਗਤੀ ਹੈ, ਇਹੀ ਸ਼ੈਡੋਇੰਗ ਹੈ, ਇਹੀ ਸੰਗਤ ਹੈ। ਜਿਨ੍ਹਾਂ ਸਮਾਜਾਂ 'ਚ ਇਹ ਚੀਜ਼ਾਂ ਇਸ ਰੂਪ ਵਿੱਚ ਪਸਰਦੀਆਂ, ਆਖਰਕਾਰ ਉਹ ਪਰਿਵਾਰ ਖੁਸ਼ ਹੁੰਦੇ, ਉਹ ਸਮਾਜ ਖੁਸ਼ ਹੁੰਦੇ। ਤੇ ਬਾਬਾ ਜੀ ਕਹਿੰਦੇ ਇਸ ਤੋਂ ਵੱਡੀ ਕੋਈ ਸੈਲਵੇਸ਼ਨ ਨਹੀਂ, ਇਸ ਤੋਂ ਵੱਡੀ ਕੋਈ ਮੁਕਤੀ ਨਹੀਂ। ਇਸੇ ਕਰਕੇ ਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਛੇ ਹੋਵੇ ਮੁਕਤ। ਬੱਚੇ ਦਾ ਨਾਂ ਪਤਾ ਕਹਿੰਦਾ ਘਰ ਦੇ ਵਿੱਚ? ਹਾਸਾ। ਬੱਚਾ ਸਿੰਬਲ ਆਫ ਸਮਾਈਲ, ਸਿੰਬਲ ਆਫ ਲਾਫਟਰ, ਸਿੰਬਲ ਆਫ ਹੈਪੀਨੈਸ ਆ। ਤੁਸੀਂ ਦੇਖਦੇ ਹੋ ਉਹਦੀ ਹਰਕਤ ਦਾ ਤੁਰਨਾ, ਉਹਦਾ ਫਿਰਨਾ, ਹਰ ਚੀਜ਼ ਤੇ ਤੁਸੀਂ ਕੀ ਕਰੋਗੇ? ਹੱਸੋਗੇ, ਨਥਿੰਗ ਐਲਸ। ਇਹ ਹੈ ਜੀਵਨ ਨੂੰ ਹੱਸਦਿਆਂ, ਮਾਣਦਿਆਂ, ਖੇਡਦਿਆਂ, ਸਹਿਲਾਉਂਦਿਆਂ ਹੋਇਆ ਮੁਕਤੀ ਦੇ ਦਰ ਤੱਕ ਪਹੁੰਚ ਜਾਣਾ। ਇਸ ਦਾਤੇ ਦੀ ਦਿੱਤੀ ਹੋਈ ਦਾਤ ਦਾ ਸ਼ੁਕਰਾਨਾ ਜਿੰਨਾ ਕਰ ਲਈਏ ਉਨਾ ਹੀ ਥੋੜ੍ਹਾ ਹੈਗਾ। ਇਹਨੂੰ ਅਹਿਸਾਸਾਂ 'ਚ ਇਸ ਰੂਪ ਵਿੱਚ ਪਰਿਵਾਰ ਪਾਲ ਕੇ ਲੈ ਕੇ ਚੱਲੇ, ਡੈਫੀਨੇਟਲੀ ਇਹ ਨਵ ਜੀਵਨ ਸੁਖਨੁਮਾ ਕਹਿ ਲਓ ਕਿ ਇੱਕ
ਉਸ ਹਾਣ ਨੂੰ ਮਾਣੇਗਾ, ਉਹਦਾ ਹਾਣੀ ਬਣੇਗਾ। ਇਹ ਸਾਡੀ ਦਿਲੀ ਅਰਦਾਸ ਵੀ ਹੈ ਅਤੇ ਮਾਲਕ ਦੀ ਅਸੀਸ ਵੀ ਹੈ। ਇੰਨੀਆਂ ਕੁ ਬੇਨਤੀਆਂ ਨਾਲ ਹੀ ਮੈਂ ਤੁਹਾਡੇ ਤੋਂ ਖਿਮਾ ਚਾਹਾਂਗਾ। ਢਾਡੀ ਵੀ ਰਾਏ ਨੇ, ਅਗਲੀ ਹਾਜ਼ਰੀ ਉਹ ਭਰਨਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।